ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਡੈਲਚ ਲਰਨਿੰਗ ਪੁਆਇੰਟ ਦੇ ਉੱਪਰ। ਤੇ ਅੱਜ ਅਸੀਂ ਨਿਊ ਵੈਕੈਂਸੀ ਜਿਹੜੀ ਦਿੱਲੀ ਬੋਰਡ ਦੇ ਵਿੱਚ ਨਿਕਲੀ ਹੈ, ਜਿਸ ਨੂੰ ਅਸੀਂ DSSB ਵੀ ਕਹਿ ਦਿੰਦੇ ਹਾਂ। ਸੋ ਇਹਦੇ ਵਿੱਚ ਜੋ ਵੈਕੈਂਸੀਜ਼ ਨਿਕਲੀਆਂ ਨੇ ਉਹ ਨੇ ਮੈਥ ਦੀਆਂ, ਹਿੰਦੀ ਦੀਆਂ ਤੇ SST ਦੀਆਂ, ਪ੍ਰਾਇਮਰੀ ਟੀਚਰਸ ਦੀਆਂ ਵੀ ਨੇ। ਸੋ ਅਸੀਂ ਜੋ ਇੱਥੇ ਗੱਲ ਕਰਾਂਗੇ ਉਹ ਹੈ ਮੈਥ ਦੀ, ਹਿੰਦੀ ਦੀ ਔਰ SST ਦੀ ਵੈਕੈਂਸੀਜ਼ ਦੇ ਉੱਪਰ। ਸਭ ਤੋਂ ਪਹਿਲੀ ਚੀਜ਼ ਕਿ ਜੋ ਇਸ ਫਾਰਮ ਨੂੰ ਭਰਨ ਦੀ ਡੇਟ ਹੈ ਉਹ ਹੈ 25 ਮਈ 2021 ਤੇ ਲਾਸਟ ਡੇਟ ਜੋ ਹੈ ਉਹ ਹੈ 24 ਜੂਨ 2021, ਯਾਨੀ ਕਿ ਹਜੇ ਫਾਰਮ ਜੋ ਨੇ ਉਹ ਭਰਨੇ ਸ਼ੁਰੂ ਹੋਣਗੇ। ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ TGT ਹਿੰਦੀ। ਦੇਖੋ, TGT ਜੋ ਹੈ ਇਹ ਆਪਣੇ ਪੰਜਾਬ ਦੇ ਵਿੱਚ ਜੋ ਮਾਸਟਰ ਕੈਡਰ ਹੁੰਦਾ ਹੈ ਇਹ ਉਸ ਦੇ ਇਕੁਇਵਲੈਂਟ ਦੀ ਪੋਸਟ ਹੈ। TGT ਬੇਸਿਕਲੀ 6ਵੀਂ ਤੋਂ 8ਵੀਂ ਕਿਹਾ ਜਾਂਦਾ ਹੈ ਤੇ ਜੋ PGT ਹੈ ਉਸਨੂੰ 9ਵੀਂ ਤੋਂ 12ਵੀਂ ਵੀ ਕਿਹਾ ਜਾਂਦਾ ਹੈ। ਹਾਲਾਂਕਿ ਪੰਜਾਬ ਦੇ ਵਿੱਚ PGT ਨੂੰ ਐਜ਼ ਅ ਲੈਕਚਰਰ 11ਵੀਂ 12ਵੀਂ ਦੇ ਲਈ ਕਾਊਂਟ ਕਰ ਲੈਂਦੇ ਨੇ। ਹਾਲਾਂਕਿ ਤੁਸੀਂ ਇੱਥੇ ਮੰਨ ਸਕਦੇ ਹੋ ਕਿ TGT 'ਚ ਤੁਹਾਨੂੰ 6ਵੀਂ ਤੋਂ 8ਵੀਂ ਹੀ ਮਿਲੇਗੀ, ਕਿਉਂਕਿ ਦਿੱਲੀ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਜੋ TGT ਦੀ ਪੋਸਟ ਹੈ ਉਹ 8ਵੀਂ ਤੱਕ ਦੇ ਸਕੂਲਸ ਦੇ ਵਿੱਚ ਹੀ ਹੁੰਦੀ ਹੈ। ਠੀਕ ਹੈ ਜੀ। ਇੱਥੇ ਇਹਨਾਂ ਨੇ ਉਸਦਾ ਗ੍ਰੇਡ ਪੇ ਲਿਖਿਆ ਹੈ ਕਿ ਗ੍ਰੇਡ ਪੇ 4600 ਹੈ। ਹਾਲਾਂਕਿ ਪੰਜਾਬ ਦੇ ਵਿੱਚ ਜੋ ਹੁਣ ਨਵਾਂ ਪੇ ਸਕੇਲ ਟੀਚਰਸ ਦਾ 35400 ਦਾ ਹੈ, ਇਸ ਦੇ ਵਿੱਚ ਜੋ ਗ੍ਰੇਡ ਹੈ ਉਹ 3600 ਦਾ ਮੈਂਸ਼ਨ ਕਰ ਰਹੇ ਨੇ। ਬਾਕੀ ਪੰਜਾਬ ਦੇ ਵਿੱਚ ਤਾਂ ਜੋ ਗ੍ਰੇਡਸ ਨੇ ਉਹ ਨੋਰਮਲੀ ਹਲੇ 6ਵੇਂ ਪੇ ਕਮਿਸ਼ਨ ਨੂੰ ਦੇਖਣ ਤੋਂ ਬਾਅਦ ਡਿਸਾਈਡ ਕੀਤੇ ਜਾਣਗੇ। ਸੋ ਅਸੀਂ ਉਸ ਚੱਕਰ ਦੇ ਵਿੱਚ ਨਹੀਂ ਪੈਂਦੇ, ਅਸੀਂ ਸਿੰਪਲ ਦੇਖਦੇ ਹਾਂ ਕਿ TGT ਹਿੰਦੀ ਦੀਆਂ ਪੋਸਟਾਂ, ਜਿਸ ਦੇ ਵਿੱਚ ਫੀਮੇਲ ਔਰ ਮੇਲ ਦੀਆਂ ਅਲੱਗ-ਅਲੱਗ ਵੈਕੈਂਸੀਜ਼ ਨੇ। ਔਰ ਇੱਥੇ ਅਸੀਂ ਦੱਸ ਦਈਏ ਕਿ TGT ਹਿੰਦੀ ਦੇ ਵਿੱਚ ਫੀਮੇਲ ਦੀਆਂ ਪੋਸਟਾਂ 551 ਨੇ ਤੇ ਮੇਲ ਦੀਆਂ 556, ਯਾਨੀ ਕਿ ਮੇਲ ਵਾਲੀਆਂ ਪੋਸਟਾਂ ਵਿੱਚ ਸਿਰਫ ਮੇਲ ਭਰ ਸਕਣਗੇ ਔਰ ਫੀਮੇਲ ਵਾਲੀ ਪੋਸਟਾਂ ਵਿੱਚ ਓਨਲੀ ਫੀਮੇਲ ਭਰ ਸਕੇਗੀ। ਸੋ ਇਹ ਬਹੁਤ ਬੈਨੀਫੀਸ਼ੀਅਲ ਕੰਮ ਹੈ ਕਿ 50-50% ਦੇ ਅਰਾਊਂਡਿੰਗ ਜਿਹੜੀਆਂ ਹੈ ਪੋਸਟਾਂ ਦੀ ਵੰਡ ਕੀਤੀ ਗਈ ਹੈ। ਇਹਨਾਂ ਦੇ ਵਿੱਚ ਬੇਸਿਕ ਕੁਆਲੀਫਿਕੇਸ਼ਨ ਕੀ ਰਹੇਗੀ ਇਹ ਵੀ ਆਪਾਂ ਡਿਸਕਸ ਕਰਾਂਗੇ। ਇਸੇ ਤਰੀਕੇ ਨਾਲ TGT ਮੈਥ ਹੈ, ਜਿਸ ਦੇ ਵਿੱਚ ਫੀਮੇਲ ਤੇ ਮੇਲ ਦੀਆਂ, ਔਰ ਜਿਸ ਵਿੱਚ ਫੀਮੇਲ ਦੀਆਂ 1167 ਪੋਸਟਾਂ ਨੇ ਔਰ ਮੇਲ ਦੀਆਂ 988 ਪੋਸਟਾਂ ਨੇ। ਔਰ ਸੇਮ ਹੀ ਇਸ ਤਰੀਕੇ ਨਾਲ ਸੋਸ਼ਲ ਸਟੱਡੀਜ਼ ਮੇਲ ਔਰ ਫੀਮੇਲ ਦੀਆਂ, ਜਿਸ ਵਿੱਚ ਮੇਲ ਦੀਆਂ 469 ਪੋਸਟਾਂ ਨੇ ਔਰ ਫੀਮੇਲ ਦੀਆਂ 662 ਪੋਸਟਾਂ ਨੇ। ਐਜ਼ ਇਟ ਇਜ਼ ਸੇਮ ਅਸਿਸਟੈਂਟ ਟੀਚਰ ਪ੍ਰਾਇਮਰੀ ਦਾ ਔਰ ਨਰਸਰੀ ਜਿਵੇਂ ਐਨਟੀਟੀ ਹੈ। ਸੋ ਜੋ ਪ੍ਰਾਇਮਰੀ ਦੀ ਹੈ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 434 ਪੋਸਟਾਂ ਨੇ, ਜਿਸ ਦੇ ਵਿੱਚ ETT ਮੰਗੀ ਗਈ ਹੈ। ਬਾਕੀ ਤੁਸੀਂ ਪੋਸਟਾਂ ਦੇਖ ਸਕਦੇ ਹੋ ਜੂਨੀਅਰ ਸੈਕਟਰੀਏਟ ਅਸਿਸਟੈਂਟ ਦੀਆਂ, ਕਾਉਂਸਲਰ ਦੀਆਂ, ਹੈੱਡ ਕਲਰਕ ਦੀਆਂ, ਅਸਿਸਟੈਂਟ ਟੀਚਰ ਪ੍ਰਾਇਮਰੀ ਦੀਆਂ 120 ਪੋਸਟਾਂ ਫਿਰ ਇੱਥੇ, ਔਰ ਉਸ ਤੋਂ ਬਾਅਦ ਪਟਵਾਰੀ ਦੀਆਂ ਜੋ 10 ਪੋਸਟਾਂ ਨੇ ਇਹ ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਕੁਆਲੀਫਿਕੇਸ਼ਨ 'ਤੇ ਨਿਗਾਹ ਮਾਰਦੇ ਹਾਂ। TGT ਹਿੰਦੀ ਦੇ ਲਈ ਕੁਆਲੀਫਿਕੇਸ਼ਨ ਕੀ ਰਹੇਗੀ। ਅੱਗੇ ਤੁਸੀਂ ਪੋਸਟਾਂ ਦੀ ਵੰਡ ਵੀ ਦੇਖ ਸਕਦੇ ਹੋ ਕਿ ਅਨਰਿਜ਼ਰਵਡ ਯਾਨੀ ਕਿ ਜਰਨਲ ਦੀਆਂ 310 ਨੇ, ਇਹ ਲੜਕੀਆਂ ਦੀਆਂ, ਔਰ OBC ਦੀਆਂ 91 ਨੇ, SC ST ਐਜ਼ ਇਟ ਇਜ਼ ਤੁਸੀਂ ਜਿਵੇਂ ਵੀ ਦੇਖ ਸਕਦੇ ਹੋ। ਇਹਦੇ ਵਿੱਚ ਉਹ ਕੀ ਕਹਿ ਰਹੇ ਨੇ ਕਿ ਇੱਕ ਤਾਂ ਤੁਹਾਡੀ BA ਓਨਰਸ ਚਾਹੀਦੀ ਹੈ, ਜਿਸ ਦੇ ਵਿੱਚ ਤੁਹਾਡਾ ਇਲੈਕਟਿਵ ਸਬਜੈਕਟ ਹਿੰਦੀ ਹੋਣਾ ਚਾਹੀਦਾ ਵਿਦ 45% ਮਾਰਕਸ ਹੋਣੇ ਚਾਹੀਦੇ ਨੇ, ਜਾਂ ਇਹਨਾਂ ਨੇ ਹੋਰ ਵੀ ਚੀਜ਼ਾਂ ਇੱਥੇ ਲਿਖੀਆਂ ਹੋਈਆਂ ਨੇ। ਮੇਨ ਇੱਥੇ ਜੋ ਚੀਜ਼ ਹੈ ਉਹ ਹੈ ਇੱਕ ਤਾਂ 10ਵੀਂ ਦੇ ਵਿੱਚ ਤੁਹਾਨੂੰ ਹਿੰਦੀ ਹੋਵੇ ਔਰ CTET ਤੁਹਾਡਾ ਜਿਹੜਾ ਹੈ ਉਹ ਕਲੀਅਰ ਹੋਵੇ। ਇੱਥੇ ਲਿਖਿਆ ਡਿਗਰੀ ਡਿਪਲੋਮਾ ਇਨ ਟੀਚਿੰਗ, ਜਿਹਦਾ ਮਤਲਬ ਨਿਕਲਦਾ ਹੈ ਡਿਗਰੀ ਮਾਨੇ BEd, ਡਿਪਲੋਮਾ ਅਲੱਗ ਤੋਂ ਟੀਚਿੰਗ ਦੇ ਵਿੱਚ ਵੀ ਹੁੰਦਾ ਹੈ। ਸੋ ਹੀ ਮੰਗਿਆ ਹੈ, ਕੋਈ ਖਾਸ ਗੱਲ ਨਹੀਂ ਹੈ। ਆ ਆਪਣਾ ਗ੍ਰੇਡ ਪੇ ਜੋ ਹੈ ਉਹ ਲਿਖਿਆ ਹੋਇਆ ਹੈ। ਠੀਕ ਹੈ ਜੀ। ਹਾਲਾਂਕਿ ਪੰਜਾਬ ਦੇ ਵਿੱਚ ਜੋ ਟੀਚਿੰਗ ਹੈ ਉਹ ਗਰੁੱਪ C ਦੀ ਪੋਸਟ ਹੈ, ਬਟ ਇੱਥੇ ਇਹਨਾਂ ਨੇ ਗਰੁੱਪ B ਲਿਖਿਆ ਹੋਇਆ ਹੈ। ਮਤਲਬ ਇਹ ਉਸ ਨੂੰ ਇੱਕ ਅੱਛੇ ਲੈਵਲ ਦੀ ਪੋਸਟ ਮੰਨਦੇ ਨੇ। ਪੰਜਾਬ 'ਚ ਇਸ ਨੂੰ C ਲੈਵਲ ਦੀ ਪੋਸਟ ਕਿਹਾ ਗਿਆ। ਉਸ ਤੋਂ ਬਾਅਦ ਇਹ TGT ਹਿੰਦੀ ਮੇਲ ਦੇ ਲਈ ਕੁਆਲੀਫਿਕੇਸ਼ਨ ਜਿਹੜੀ ਉਹ ਸੇਮ ਰਹੇਗੀ। ਔਰ ਇਹ TGT ਨੈਚੁਰਲ ਸਾਇੰਸ, ਇੱਥੇ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ, ਨੈਚੁਰਲ ਸਾਇੰਸ ਦੇ ਵਿੱਚ ਕਈ ਇਹ ਦੇਖਦੇ ਹੋਣਗੇ ਕਿ ਅਸੀਂ ਇਹ ਨਹੀਂ ਭਰ ਸਕਦੇ ਹਾਂ ਇੱਦਾਂ। ਉਹਨਾਂ ਨੇ ਨੈਚੁਰਲ ਸਾਇੰਸ ਹੀ ਮੈਂਸ਼ਨ ਕੀਤਾ ਇਕੱਲਾ। ਉਹਨਾਂ ਨੇ ਕਿਹਾ ਕਿ ਮੇਨ ਸਬਜੈਕਟਸ ਜੋ ਨੇ ਨੈਚੁਰਲ ਸਾਇੰਸ ਜਾਂ ਫਿਜ਼ੀਕਲ ਸਾਇੰਸ ਦੇ ਅੰਡਰ ਜੋ ਆਉਂਦੇ ਨੇ ਉਹਨੇ ਫਿਜ਼ਿਕਸ, ਕੈਮਿਸਟਰੀ, ਬਾਇਓ, ਬੋਟਨੀ ਔਰ ਜੂਲੋਜੀ। ਔਰ ਸੋਸ਼ਲ ਸਾਇੰਸ ਦੇ ਅੰਡਰ ਜੋ ਆਉਂਦੇ ਨੇ ਹਿਸਟਰੀ, ਪੋਲੀਟੀਕਲ, ਇਕੋਨੋਮਿਕਸ, ਬਿਜ਼ਨਸ ਸਟੱਡੀਜ਼, ਸੋਸ਼ੋਲੋਜੀ, ਜਿਓਗ੍ਰਾਫੀ ਔਰ ਸਾਈਕੋਲੋਜੀ। ਇੱਥੇ ਉਹਨਾਂ ਨੇ ਇਹੀ ਕਿਹਾ ਕਿ ਇਹਨਾਂ ਵਿੱਚੋਂ ਕੋਈ ਵੀ ਇੱਕ ਸਬਜੈਕਟ ਤੁਹਾਡਾ ਪੜ੍ਹਿਆ ਹੋਇਆ ਹੋਣਾ ਚਾਹੀਦਾ। ਮੈਂ ਫਿਰ ਇੱਥੇ ਦਿਖਾ ਦੇਣਾ ਤੁਹਾਨੂੰ, ਉਹ ਵਿੱਚ ਐਟਲੀਸਟ 1 ਆਊਟ ਆਫ ਦਾ ਫੋਲੋਇੰਗ, ਕਿ ਇਹਨਾਂ ਵਿੱਚੋਂ ਇਹ 4 ਦੇ ਵਿੱਚੋਂ ਕੋਈ ਇੱਕ ਪੜ੍ਹਿਆ ਹੋਣਾ ਚਾਹੀਦਾ ਹੈ। ਔਰ ਅੱਗੋਂ ਨੈਚੁਰਲ ਸਾਇੰਸ ਔਰ ਸੋਸ਼ਲ ਸਾਇੰਸ ਦਾ ਮਤਲਬ ਕੀ ਨਿਕਲਦਾ ਉਹਦੇ ਅੰਡਰ ਜੋ ਸਬਜੈਕਟਸ ਆਉਂਦੇ ਨੇ ਉਹ ਵੀ ਇੱਥੇ ਮੈਂਸ਼ਨ ਨੇ। ਯਾਨੀ ਕਿ ਤੁਸੀਂ ਇਹਨਾਂ ਵਿੱਚੋਂ ਹੀ ਕੋਈ ਇੱਕ ਸਬਜੈਕਟ ਪੜ੍ਹਿਆ ਹੈ ਤਾਂ ਤੁਸੀਂ ਉਹ ਵਾਲੀ ਪੋਸਟ ਭਰਨ ਦੇ ਲਈ ਐਲੀਜੀਬਲ ਹੋ।
ਯਾਨੀ ਕਿ ਜੋ ਸਾਇੰਸ ਵਾਲੇ ਇਹ ਸੋਚ ਰਹੇ ਹੋਣਗੇ ਕਿ ਅਸੀਂ ਮੈਥ ਦੀ ਪੋਸਟ ਨਹੀਂ ਭਰ ਸਕਦੇ, ਤਾਂ ਇੱਦਾਂ ਮੈਥ ਦੀ ਪੋਸਟ ਦੇ ਲਈ ਸੌਰੀ, ਕਿ ਅਗਰ ਉਹ ਸੋਚ ਰਹੇ ਨੇ ਕਿ ਸਾਇੰਸ ਦੀਆਂ ਪੋਸਟਾਂ ਹੀ ਨਹੀਂ ਆਈਆਂ, ਤਾਂ ਉਹ ਗਲਤ ਸੋਚ ਰਹੇ ਨੇ। ਸਾਇੰਸ ਵਾਲੇ ਬੱਚੇ, ਮੈਡੀਕਲ ਜਾਂ ਨੋਨ ਮੈਡੀਕਲ ਵਾਲੇ ਬੱਚੇ ਨੈਚੁਰਲ ਸਾਇੰਸ ਦੀਆਂ ਪੋਸਟਾਂ ਭਰ ਸਕਣਗੇ, ਔਰ ਜੋ ਇੰਟਰ ਆਰਟਸ ਦੇ ਨੇ ਜਾਂ ਕੋਈ ਨੋਨ ਮੈਡੀਕਲ ਦਾ ਸਟੂਡੈਂਟ ਹੈ ਜਿਸ ਨੇ ਮੈਥ ਪੜ੍ਹਿਆ, ਔਰ ਉਹ ਮੈਥਮੈਟਿਕਸ ਦੀਆਂ ਪਲੱਸ ਨੈਚੁਰਲ ਸਾਇੰਸ ਦੀਆਂ ਪੋਸਟਾਂ ਫਿਲ ਕਰ ਸਕਦੇ ਨੇ। ਠੀਕ ਹੈ ਜੀ। ਬਾਕੀ ਇਸ ਦੇ ਵਿੱਚ ਵੀ ਸੀ ਟੈਟ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਹਰੇਕ ਪੋਸਟ ਦੇ ਲਈ ਸੀ ਟੈਟ ਜੋ ਹੈ ਉਹ ਮੰਗਿਆ ਗਿਆ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ TGT ਮੈਥ ਦੀ, ਜਿਸ ਦੇ ਵਿੱਚ ਮੈਥ 'ਚ ਤੁਸੀਂ 1167 ਪੋਸਟਾਂ ਨੇ, ਔਰ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਰਨਲ ਦੀਆਂ 397 ਨੇ, OBC ਦੀਆਂ 142 ਨੇ। ਇੱਥੇ ਮੈਂ ਦੱਸਦਾ ਕਿ ਜੋ ਵੀ ਕੈਟਾਗਰੀ ਦੀਆਂ ਪੋਸਟਾਂ ਨੇ ਇਹ ਦਿੱਲੀ ਦੇ ਲੋਕਾਂ ਦੇ ਲਈ ਹੀ ਹੈਗੀਆਂ ਨੇ। ਬਾਕੀ ਅਦਰ ਸਟੇਟ, ਯਾਨੀ ਕਿ ਅਗਰ ਕੋਈ ਪੰਜਾਬ ਦੇ ਵਿੱਚੋਂ ਵੀ ਫਾਰਮ ਭਰੇਗਾ, ਸੋ ਉਹ ਐਜ਼ ਅ ਜਰਨਲ ਹੀ ਫਾਰਮ ਭਰੇਗਾ। ਇਸ ਦੇ ਵਿੱਚ ਵੀ ਸੇਮ ਹੈ ਕਿ ਤੁਸੀਂ ਮੈਥ ਗ੍ਰੈਜੂਏਸ਼ਨ ਦੇ ਵਿੱਚ ਪੜ੍ਹਿਆ ਹੋਇਆ ਹੋਣਾ ਚਾਹੀਦਾ ਹੈ, ਔਰ ਅਦਰਵਾਈਜ਼ ਅਗਰ ਤੁਸੀਂ ਸਾਇੰਸ ਦੇ ਹੋ, ਤਾਂ ਅਗਰ ਤੁਸੀਂ ਨੋਨ ਮੈਡੀਕਲ ਹੋ ਤਾਂ ਵੀ ਤੁਸੀਂ ਮੈਥ ਭਰ ਸਕਦੇ ਹੋ, ਔਰ ਨੈਚੁਰਲ ਸਾਇੰਸ ਦੇ ਲਈ ਤਾਂ ਪੋਸਟ ਹੀ ਉੱਪਰ ਚਲੀ ਗਈ ਹੈ। ਇਹ ਇਹਨਾਂ ਨੇ ਸਾਰਿਆਂ ਦੇ ਲਈ ਸੇਮ ਹੀ ਮੈਂਸ਼ਨ ਕੀਤਾ ਹੋਇਆ ਹੈ। ਸੀ ਟੈਟ ਜੋ ਹੈ ਉਹ ਜ਼ਰੂਰੀ ਹੈ, ਇਹ ਤੁਸੀਂ ਦੇਖ ਸਕਦੇ ਹੋ। ਹੋਰ ਇਸ ਦੇ ਵਿੱਚ ਕੁਛ ਨਹੀਂ ਹੈ। ਗ੍ਰੇਡ ਪੇ ਤਨਖਾਹਾਂ ਸਾਰੀਆਂ ਸੇਮ ਨੇ। TGT ਮੇਲ ਦੇ ਲਈ ਤੁਸੀਂ ਅਗਰ ਦੇਖੋਗੇ ਸੋ ਅਨਰਿਜ਼ਰਵਡ ਦੀਆਂ 388 ਨੇ, OBC ਦੀਆਂ 211 ਨੇ। ਹਾਲਾਂਕਿ ਕੈਟਾਗਰੀ ਜੋ ਹੈ ਸਿਰਫ ਦਿੱਲੀ ਦੇ ਹੀ ਲੋਕਾਂ ਦੇ ਲਈ ਹੋਣਗੀਆਂ। ਉਸ ਤੋਂ ਬਾਅਦ ਅਸੀਂ ਇੱਥੇ ਗੱਲ ਕਰਦੇ ਹਾਂ TGT SST ਮੇਲ ਦੀ। ਇਸੇ ਤਰੀਕੇ ਨਾਲ ਫੀਮੇਲ ਦੀਆਂ ਪੋਸਟ ਵੀ ਸੀਗੀਆਂ, ਯਾਨੀ ਕਿ ਤੁਸੀਂ D ਦੇ ਅੰਡਰ ਕੋਈ ਵੀ ਕੰਡੀਸ਼ਨ ਪੂਰੀ ਕਰਦੇ ਹੋ, ਹਿਸਟਰੀ, ਪੋਲੀਟੀਕਲ ਸਾਇੰਸ, ਇਕੋਨੋਮਿਕਸ, ਬਿਜ਼ਨਸ ਸਟੱਡੀ, ਸੋਸ਼ੋਲੋਜੀ, ਜਿਓਗ੍ਰਾਫੀ ਜਾਂ ਸਾਈਕੋਲੋਜੀ, ਤੁਸੀਂ ਕੁਛ ਵੀ ਪੜ੍ਹਿਆ ਹੋਵੇ ਤਾਂ ਇਹਦੇ ਅੰਡਰ ਪੋਸਟਾਂ ਜਿਹੜੀਆਂ ਤੁਹਾਨੂੰ ਮਿਲ ਜੇਗੀ। ਔਰ ਸੀ ਟੈਟ ਤੁਹਾਡਾ ਕੁਆਲੀਫਾਈ ਹੋਣਾ ਚਾਹੀਦਾ ਹੈ, ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਅਸੀਂ ਨੈਕਸਟ ਦੇਖਦੇ ਹਾਂ ਅਸਿਸਟੈਂਟ ਟੀਚਰ ਨਰਸਰੀ, ਔਰ TGT ਬੰਗਾਲੀ ਅਸਿਸਟੈਂਟ ਟੀਚਰ ਨਰਸਰੀ, ਔਰ ਇੱਕ ਹੈ ਜੂਨੀਅਰ ਅਸਿਸਟੈਂਟ LDC ਕਾਉਂਸਲਰ। ਜੋ ਇੱਥੇ ਮੇਨ ਪੋਸਟ ਹੈ ਉਹ ਆ ਰਹੀ ਅਸਿਸਟੈਂਟ ਟੀਚਰ ਪ੍ਰਾਇਮਰੀ ਦੀਆਂ ਪੋਸਟਾਂ ਨੇ, ਜਿਸ ਦੇ ਵਿੱਚ ਜਰਨਲ ਦੀਆਂ 313 ਪੋਸਟਾਂ ਨੇ। ਜਿੱਥੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੀਨੀਅਰ ਸੈਕੰਡਰੀ ਔਰ ਇਟਸ ਇਕੁਇਵਲੈਂਟ, ਯਾਨੀ ਕਿ 12ਵੀਂ ਹੋਵੇ 50% ਨਾਲ, ਔਰ 2 ਈਅਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਯਾਨੀ ਕਿ ETT ਕੀਤੀ ਹੋਵੇ, ਇਹ ਹੈ। ਔਰ ਜਾਂ ਇਹਨਾਂ ਨੇ ਇੱਥੇ ਲਿਖਿਆ ਕਿ +2 ਹੋਵੇ 45% 'ਤੇ, ਔਰ 2 ਸਾਲ ਦਾ ਐਲੀਮੈਂਟਰੀ ਐਜੂਕੇਸ਼ਨ ਦੇ ਵਿੱਚ ਡਿਪਲੋਮਾ ਹੋਵੇ। ਹਾਲਾਂਕਿ ਸਾਡੇ ਜੋ ETT ਨੂੰ ਹੈ ਉਹ ਆ ਗਿਣਿਆ ਜਾਂਦਾ ਹੈ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ DLED। ਠੀਕ ਹੈ ਜੀ। ਉਸ ਤੋਂ ਬਾਅਦ ਇੱਥੇ ਇਹਨਾਂ ਨੇ B.Ed ਦੀ ਆਪਸ਼ਨ ਜਿਹੜੀ ਉਹ ਨਹੀਂ ਦਿੱਤੀ, ਯਾਨੀ ਕਿ B.Ed ਵਾਲੇ ਫਾਰਮ ਨੂੰ ਨਹੀਂ ਭਰ ਪਾਉਣਗੇ। ਇਸ ਤੋਂ ਇਲਾਵਾ ਮਸਟ ਹੈਵ ਪਾਸਡ ਪੰਜਾਬੀ, ਉਰਦੂ, ਪੰਜਾਬੀ, ਹਿੰਦੀ, ਇੰਗਲਿਸ਼, ਇਹ 12ਵੀਂ 10ਵੀਂ ਲੈਵਲ 'ਤੇ ਜਿਹੜੇ ਕੀਤੇ ਹੋਣ, ਔਰ ਸੀ ਟੈਟ ਵੀ ਜਿਹੜਾ ਹੈ ਉਹ ਹੋਵੇ ਤੁਹਾਡੇ ਕੋਲ। ਠੀਕ ਹੈ ਜੀ। ਕੁਆਲੀਫਾਈ ਫਸਟ ਲੈਵਲ ਦਾ ਜੋ ਹੁੰਦਾ ਹੈ। ਹੈੱਡ ਕਲਰਕ ਦੀਆਂ ਪੋਸਟਾਂ ਨੇ, ਇਹਨੂੰ ਤੁਸੀਂ ਦੇਖ ਸਕਦੇ ਹੋ। ਅਸਿਸਟੈਂਟ ਟੀਚਰ ਇੱਕ ਪ੍ਰਾਇਮਰੀ ਦੀਆਂ 120 ਪੋਸਟਾਂ ਹੋਰ ਨੇ, ਬਟ ਇਹਦੇ ਵਿੱਚ ਇਹਨਾਂ ਨੇ ETT ਹੀ ਹੈ, JBT ਨੂੰ ETE ਇਹ ਜਿਹੜਾ ਹੈ ਇਹ ਕਿਹਾ ਜਾਂਦਾ ਹੈ, ਔਰ ਇਹ ਵੀ ਤੁਸੀਂ ਪੋਸਟਾਂ ਜਿਹੜੀਆਂ ਦੇਖ ਸਕਦੇ ਹੋ। ਅਦਰਵਾਈਜ਼ ਲਾਸਟ ਇੱਥੇ ਇੱਕ ਪੋਸਟ ਹੈ ਪਟਵਾਰੀ ਦੀ, ਜਿਸ ਨੂੰ ਤੁਸੀਂ ਦੇਖ ਹੀ ਰਹੇ ਹੋ। ਔਰ ਗ੍ਰੈਜੂਏਸ਼ਨ ਚਾਹੀਦੀ ਹੈ ਇੱਕ ਤਾਂ ਤੁਹਾਨੂੰ ਇਹਦੇ ਵਿੱਚ। 6 ਜਰਨਲ ਦੀਆਂ ਪੋਸਟਾਂ ਨੇ ਇਸ ਵਿੱਚ। ਡਿਜ਼ਾਇਰੇਬਲ ਕਿ ਤੁਹਾਨੂੰ ਕੰਪਿਊਟਰ ਚਲਾਉਣਾ ਆਉਂਦਾ ਹੋਵੇ, ਔਰ ਵਰਕਿੰਗ ਨੌਲੇਜ ਆਫ ਹਿੰਦੀ ਜਾਂ ਉਰਦੂ ਉਹਦੇ ਵਿੱਚ ਤੁਹਾਨੂੰ ਆਉਂਦੀ ਹੋਵੇ। ਸੋ ਇਹ ਦੇਖ ਸਕਦੇ ਹੋ। ਅਗਰ ਕੋਈ ਤੁਹਾਡਾ ਗ੍ਰੈਜੂਏਟ ਸਾਥੀ ਹੈ ਜਿਸ ਨੂੰ ਤੁਸੀਂ ਦੱਸਣਾ ਚਾਹੋ ਦੱਸ ਸਕਦੇ ਹੋ। ਫੀਸ ਦੀ ਗੱਲ ਕਰ ਲੈਂਦੇ ਹਾਂ ਜੀ। ਮੋਡ ਆਫ ਸਿਲੈਕਸ਼ਨ ਇਹਦੇ ਵਿੱਚ 2 ਟਾਇਰ ਦੇ ਵਿੱਚ ਪੇਪਰ ਹੋਏਗਾ, ਔਰ ਇਸ ਦੇ ਵਿੱਚ ਪੇਪਰ ਜੋ ਸਬਜੈਕਟਿਵ ਨਹੀਂ, ਇਹਦੇ ਵਿੱਚ ਕਾਫੀ ਲੰਬਾ ਚੌੜਾ ਸਿਲੇਬਸ ਜਿਹੜਾ ਉਹ ਹੁੰਦਾ ਹੈ। ਆਪਾਂ ਇੱਥੇ ਦੱਸ ਦਿੰਦੇ ਤੁਹਾਨੂੰ। ਇਸ ਨੋਟੀਫਿਕੇਸ਼ਨ ਨੂੰ ਤੁਹਾਨੂੰ ਧਿਆਨ ਨਾਲ ਦੇਖਣਾ ਪਏਗਾ। ਹਾਲਾਂਕਿ 1 ਟਾਇਰ ਔਰ 2 ਟਾਇਰ ਦੇ ਲਈ ਜੋ ਸਿਲੇਬਸ ਹੈ, ਫਸਟ ਟਾਇਰ ਦੇ ਲਈ ਆਹ ਕੰਡੀਸ਼ਨਸ ਨੇ, ਔਰ ਬਾਕੀ ਦੇ ਲਈ ਉਹ ਨੇ। ਹਾਲਾਂਕਿ ਟੈਕਨੀਕਲ ਓਨਲੀ ਦੇ ਲਈ ਲਿਖਿਆ, ਯਾਨੀ ਕਿ ਇਹ ਟੀਚਿੰਗ ਦੀ ਪੋਸਟ ਟੈਕਨੀਕਲ ਦੇ ਅੰਡਰ ਨਹੀਂ ਆਉਂਦੀ, ਇਸ ਕਰਕੇ ਉਸ ਦੀ ਕੋਈ ਇੰਨੀ ਖਾਸ ਨਹੀਂ ਹੈ। ਇੱਥੇ ਮੈਂ ਫੀਸ ਦਾ ਹੀ ਤੁਹਾਨੂੰ ਦੱਸਣਾ ਚਾਹਾਂਗਾ। ਏਜ ਰਿਲੈਕਸੇਸ਼ਨ ਪੰਜਾਬ ਦੇ ਲੋਕਾਂ ਲਈ ਤਾਂ ਹੋਏਗਾ ਹੀ ਨਹੀਂ, ਕਿਉਂਕਿ ਸਾਰੇ ਜਰਨਲ ਦੇ ਵਿੱਚ ਨੇ, ਸੋ ਇਹ ਤਾਂ ਕੋਈ ਇੰਨੀ ਦਿੱਕਤ ਨਹੀਂ ਹੈ। ਐਂਡ ਇੱਥੇ ਤੁਹਾਨੂੰ ਫੀਸ ਜੋ ਹੈ ਉਹ ਦੱਸ ਦਿੰਦੇ ਹਾਂ। ਫੀਸ ਅਗਰ ਇੱਥੋਂ ਦੀ ਨਹੀਂ ਲੱਭ ਪਾਏਗੀ ਤਾਂ ਮੈਂ ਫੀਸ ਦੱਸ ਦੇਣਾ ਚਾਹੁੰਦਾ। ਜੋ ਬॉयज़ ਨੇ, ਜੋ ਜਰਨਲ ਦੇ ਬॉयज़ ਨੇ, ਔਰ OBC ਦੇ, ਜੋ ਜਰਨਲ ਦੇ ਨੇ, OBC ਦੇ ਨੇ, ਔਰ EWS ਦੇ ਨੇ, ਇਹਨਾਂ ਦੇ ਲਈ ਤਾਂ ਜੋ ਫੀਸ ਹੈ ਉਹ ਹੈ ਜੀ 100 ਰੁਪੀਜ਼। ਬਾਕੀ ਜੋ ਵੂਮੈਨ ਹੈ, SC ST ਦੇ ਨੇ, ਜਾਂ ਕਿਸੇ ਵੀ ਕੈਟਾਗਰੀ ਦੀ ਵੂਮੈਨ ਹੈ, ਉਹਦੇ ਲਈ ਟੋਟਲੀ ਫ੍ਰੀ ਹੈ ਪੇਪਰ। ਜੋ ਬਾਕੀਆਂ ਦੇ ਲਈ 100 ਰੁਪੀਜ਼ ਫੀਸ ਹੈ। ਔਰ ਇਸ ਨੂੰ ਜੋ ਤੁਸੀਂ
ਦੇਖਣਾ ਹੈ, ਅਗਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਕਿ ਇਸ ਨੂੰ ਅਸੀਂ ਭਰਨਾ ਕਿਵੇਂ ਹੈ, ਸੋ ਤੁਸੀਂ DSSB ਭਰ ਸਕਦੇ ਹੋ, DSSB। ਅਤੇ ਇਹ ਵੈਬਸਾਈਟ ਖੁੱਲ੍ਹੇਗੀ। ਇਸ ਵੈਬਸਾਈਟ ਦੇ ਉੱਪਰ ਤੁਸੀਂ ਜਾ ਕੇ ਤੁਹਾਨੂੰ ਇਹ ਨਵੀਆਂ ਵੈਕੈਂਸੀਜ਼ 25 ਮਈ ਤੋਂ ਬਾਅਦ ਦਿਖ ਜਾਣਗੀਆਂ। ਉਦੋਂ ਇੱਕ ਲਿੰਕ ਖੁੱਲ੍ਹ ਜਾਏਗਾ ਜਿਸ ਨੂੰ ਓਪਨ ਕਰਕੇ ਤੁਸੀਂ ਆਪਣਾ ਫੋਰਮ ਜਿਹੜਾ ਉਹ ਭਰ ਸਕਦੇ ਹੋਗੇ। ਸੋ ਇਹ ਜਾਣਕਾਰੀ ਸੀ, ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ। ਕੋਈ ਵੀ ਚੀਜ਼ ਅਗਰ ਤੁਹਾਨੂੰ ਨਾ ਪਤਾ ਲੱਗੀ ਹੋਵੇ ਇਹਦੇ ਵਿੱਚ, ਤੁਸੀਂ ਕਮੈਂਟਸ 'ਚ ਮੈਸੇਜ ਕਰ ਸਕਦੇ ਹੋ। ਟੈਲੀਗ੍ਰਾਮ ਚੈਨਲ ਹੈ ਆਪਣਾ ਡਾਇਲਜ ਲਰਨਿੰਗ ਪੁਆਇੰਟ ਦੇ ਨਾਮ ਤੋਂ ਹੀ, ਉਸ ਦੇ ਵਿੱਚ ਤੁਸੀਂ ਇੱਕ ਡਿਸਕਸ਼ਨ ਗਰੁੱਪ ਹੈ ਜਿਸ 'ਚ ਤੁਸੀਂ ਕੋਈ ਵੀ ਆਪਣੀ ਡਿਸਕਸ਼ਨ ਕਰ ਸਕਦੇ ਹੋ। ਕੋਈ ਵੀ ਰੈਲੀਵੈਂਟ ਤੁਹਾਡਾ ਕੁਐਸਚਨ ਹੋਇਆ, ਤੁਹਾਡੀ ਕੁਐਰੀ ਹੋਈ, ਉਸ ਦੀ ਜਵਾਬਦੇਹੀ ਜਾਂ ਤਾਂ ਮੇਰੇ ਦੁਆਰਾ ਕੀਤੀ ਜਾਂਦੀ ਹੈ ਜਾਂ ਫਿਰ ਖੁਦ ਹੀ ਉਸ ਗਰੁੱਪ ਦੇ ਵਿੱਚ ਜੋ ਵੀ ਹੋਰ ਸਟੂਡੈਂਟਸ ਨੇ ਉਹ ਤੁਹਾਡੀ ਕੁਐਰੀ ਜਿਹੜੀ ਉਹ ਹੱਲ ਕਰ ਦਿੰਦੇ ਨੇ ਨੋਰਮਲੀ। ਸੋ ਉਮੀਦ ਕਰਦੇ ਹਾਂ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ। ਮਿਲਦੇ ਹਾਂ ਕਿਸੇ ਖਾਸ ਨਵੀਂ ਵੀਡੀਓ, ਤਦ ਤੱਕ ਖੁਸ਼ ਰਹੋ, ਸਲਾਮਤ ਰਹੋ, ਧੰਨਵਾਦ।